ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਮਸਾ ਟੀਵੀ। ਮੈਂ ਹਾਂ ਕਬਰ ਸਿੰਘ ਬੇਦੀ। ਅਸੀਂ ਖੜੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਜਿਹੇ ਵਿਭਾਗ ਦੇ ਬਾਹਰ ਜਿਹਦਾ ਰਲੇਵਾਂ ਕਰ ਦਿੱਤਾ ਗਿਆ, ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਡਿਪਾਰਟਮੈਂਟਾਂ ਦੇ ਜਿਹੜੇ ਰਲੇਵਾਂ ਕਰਨ ਦਾ ਜਿਹੜਾ ਰੁਝਾਨ ਹੈ ਉਹ ਵਿਖਾਈ ਦੇ ਰਿਹਾ ਤੇ ਇੱਕ ਵਿਰੋਧ ਵੀ ਜਿਹੜਾ ਹੈ ਉਹ ਆ ਰਿਹਾ। ਚਰਚਾ ਇਹ ਬਣੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਦੋਂ ਮੁੱਖ ਮੰਤਰੀ ਬਣ ਕੇ ਭਗਵੰਤ ਮਾਨ ਪਹੁੰਚਦੇ ਆ ਤੇ ਉਹਨਾਂ ਤੋਂ ਬਾਅਦ ਜੇ ਵਿੱਤੀ ਸੰਕਟ ਦੀ ਗੱਲ ਕਰੀਏ ਤਾਂ ਇਹ ਚਰਚਾ ਬਣੀ ਸੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਆਖਰ ਵਿੱਤੀ ਸੰਕਟ ਚੋਂ ਕਦੋਂ ਬਾਹਰ ਕੱਢਿਆ ਜਾਏਗਾ। ਪਰ ਦੇਖਿਆ ਜਾਵੇ ਤਾਂ ਮੁੱਖ ਮੰਤਰੀ ਦੀ ਫੇਰੀ ਤੋਂ ਬਾਅਦ ਸਭ ਤੋਂ ਵੱਡਾ ਜੇ ਫੈਸਲਾ ਆਇਆ ਤਾਂ ਡਿਪਾਰਟਮੈਂਟਾਂ ਦੇ ਜਿਹੜੇ ਰਲੇਵੇਂ ਕੀਤੇ ਜਾ ਰਹੇ ਆ। ਹੁਣ ਪੰਜਾਬ ਇਤਿਹਾਸ ਅਧਿਐਨ ਵਿਭਾਗ ਜਿਹੜਾ ਹੈ ਉਹਦਾ ਰਲੇਵਾਂ ਕਰ ਦਿੱਤਾ ਗਿਆ। ਬਹੁਤ ਸਾਰੇ ਥਾਵਾਂ ਦੇ ਉੱਤੇ ਇਹ ਚਰਚਾ ਬਣੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਹੈ ਉਹ ਖੋਜ ਕਾਰਜਾਂ ਨਾਲ ਜੁੜੀ ਹੋਈ ਹੈ। ਜੇ ਖੋਜ ਕਾਰਜਾਂ ਨਾਲ ਜੁੜੀ ਹੋਈ ਹੈ ਤਾਂ ਬਹੁਤ ਸਾਰੇ ਡਿਪਾਰਟਮੈਂਟਾਂ ਦਾ ਰਲੇਵਾਂ ਕਰਕੇ ਯੂਨੀਵਰਸਿਟੀ ਕੀ ਦੱਸਣਾ ਚਾਹੁੰਦੀ ਹੈ। ਜਿਹੜੇ ਇਤਰਾਜ਼ ਕਰ ਰਹੇ ਨੇ, ਪੂਟਾ ਦੇ ਸੀਨੀਅਰ ਮੀਤ ਪ੍ਰਧਾਨ ਨੇ, ਪੰਜਾਬੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਹੈ ਜਿਹੜੀ, ਉਹਨਾਂ ਦੇ ਸੀਨੀਅਰ ਮੀਤ ਪ੍ਰਧਾਨ ਨੇ, ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਆਖਰ ਜਿਹੜੇ ਇਤਰਾਜ਼ ਕਿਉਂ ਕੀਤੇ ਜਾ ਰਹੇ ਆ ਤੇ ਜਿਹੜਾ ਯੂਨੀਵਰਸਿਟੀ ਦਾ ਜਿਹੜਾ ਇੱਕ ਕਦਮ ਹੈ ਰਲੇਵਾਂ ਕਰਨ ਦਾ ਇਹ ਕਿਸ ਤਰ੍ਹਾਂ ਦਾ, ਕਿਉਂਕਿ ਇਹ ਕਿੰਨਾ ਕੁ ਘਾਤਕ ਹੋ ਸਕਦਾ ਹੈ। ਕਿਉਂਕਿ ਯੂਨੀਵਰਸਿਟੀ ਦਾਅਵਾ ਕਰਦੀ ਹੈ ਕਿ ਅਸੀਂ ਖੋਜ ਕਾਰਜਾਂ ਨੂੰ ਲੈ ਕੇ ਅੱਗੇ ਚੱਲੇ ਹੋਏ ਹਾਂ ਤੇ ਵੱਖ-ਵੱਖ ਜਿਹੜੇ ਡਿਪਾਰਟਮੈਂਟ ਨੇ, ਉਹ ਚਾਹੇ ਸ਼ਹੀਦ ਭਗਤ ਸਿੰਘ ਹੋਸਟਲ ਹੈ, ਚਾਹੇ ਬਾਬਾ ਬੰਦਾ ਸਿੰਘ ਬਹਾਦਰ ਹੈ ਜਾਂ ਹੋਰ, ਇਹ ਦਰਸਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਜਿਹੜੇ ਸਿੱਖ ਇਤਿਹਾਸ ਜਿਹੜੇ ਆ ਉਹਦੇ ਨਾਲ ਜੁੜੇ ਹੋਏ ਹਾਂ ਤੇ ਸੋਚ ਲੈ ਕੇ ਚੱਲੇ ਹੋਏ ਹਾਂ ਕਿ ਉਹਨਾਂ ਦੀ ਸੋਚ ਜਿਹੜਾ ਉਹਨਾਂ ਦਾ ਇਤਿਹਾਸ ਹੈ ਬਚਿਆ ਰਹਿ ਸਕੇ। ਗੱਲਬਾਤ ਕਰਦੇ ਹਾਂ, ਸਾਡੇ ਨਾਲ ਗੁਰਨਾਮ ਵਿਰਕ ਨੇ, ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਆਖਰ ਜਿਹੜਾ ਰਲੇਵਾਂ ਕੀਤਾ ਜਾ ਰਿਹਾ ਇਹ ਕਿਸ ਤਰ੍ਹਾਂ ਦਾ ਤੇ ਕਿਉਂ ਕੀਤਾ ਜਾ ਰਿਹਾ। ਗੁਰਨਾਮ ਵਿਰਕ ਜੀ, ਮਦਸਰ ਟੀਵੀ ਤੇ ਤੁਹਾਡਾ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਮਦਸਰ ਟੀਵੀ ਦਾ ਜੀ। ਤੇ ਇਹ ਬਹੁਤ ਚੰਗੀ ਗੱਲ ਹੈ ਔਰ ਬਹੁਤ ਤੁਸੀਂ ਵਧਾਈ ਦੇ ਪਾਤਰ ਹੋ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੋ ਮੰਦਭਾਗਾ ਵਾਪਰ ਰਿਹਾ ਹੈ, ਜੋ ਨਿੰਦਣਯੋਗਾ ਵਾਪਰ ਰਿਹਾ ਹੈ, ਉਸ ਨੂੰ ਕਵਰ ਕਰਨ ਲਈ ਤੁਸੀਂ ਸਪੈਸ਼ਲ ਅੱਜ ਆਪਣਾ ਸਮਾਂ ਕੱਢਿਆ ਤੇ ਆਪਣੀ ਆਵਾਜ਼ ਬੰਦ ਕੀਤੀ। ਇਸ ਦੇ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਜਦੋਂ ਰਲੇਵਾਂ ਹੋਇਆ ਡਿਪਾਰਟਮੈਂਟਾਂ ਦਾ ਤਾਂ ਉਹਦੇ ਵਿੱਚ ਇਤਰਾਜ਼ ਕਿਉਂ ਹੋ ਰਿਹਾ ਤੇ ਇਹ ਇਤਰਾਜ਼ ਤੁਹਾਡੇ ਵੱਲੋਂ ਹੀ ਕਿਉਂ ਹੋ ਰਿਹਾ? ਹਿੰਦੁਸਤਾਨ ਇੱਕ ਡੈਮੋਕ੍ਰੈਟਿਕ ਕੰਟਰੀ ਹੈ ਔਰ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈਗਾ। ਦੂਜਾ ਨੰਬਰ, ਜਿਹੜਾ ਕਿ ਯੂਨੀਵਰਸਿਟੀ ਇੱਕ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਬਣੀ ਹੋਈ ਹੈ, ਇਸ ਦੇ ਵਿੱਚ ਜਿਹੜਾ ਯੂਨੀਵਰਸਿਟੀ ਦਾ ਕੈਲੰਡਰ ਹੈ ਉਹ ਇਹ ਸਾਨੂੰ ਪ੍ਰਵਿਧਾਨ ਦਿੰਦਾ ਹੈ ਕਿ ਕਿਸੇ ਵੀ ਵਿਭਾਗ ਦੀ ਉਸਾਰੀ, ਉਹਦਾ ਖਾਤਮਾ ਜਾਂ ਉਹਦਾ ਮਰਜਰ ਕਰਨ ਦੀ ਇੱਕ ਪਹਿਲੇ ਕਰਕੇ ਇੱਕ ਪ੍ਰਕਿਰਿਆ ਹੈ, ਜਿਹਦੇ ਵਿੱਚ ਸਭ ਤੋਂ ਪਹਿਲੋਂ ਇੱਕ ਪ੍ਰਪੋਜ਼ਲ ਹੈ। ਪਹਿਲੋਂ ਤਾਂ ਵਿਭਾਗਾਂ ਦੇ ਜੇ ਮਰਜ ਕਰਨਾ ਹੈ ਤੇ ਉਹਨਾਂ ਦੇ ਦੋਨਾਂ ਵਿਭਾਗਾਂ ਨੂੰ ਸਹਿਮਤ ਲੈਣਾ ਹੈ, ਭਾਵੇਂ ਉੱਥੇ ਪਾਣੀ ਪਿਆਉਣ ਵਾਲਾ ਦਰਜਾ 4 ਦਾ ਕਰਮਚਾਰੀ ਹੋਵੇ, ਕਿਉਂਕਿ ਸਭ ਤੋਂ ਪਹਿਲਾ ਫੈਕਟ ਉਹਦੇ 'ਤੇ ਪੈਣਾ ਹੈ। ਉਸ ਤੋਂ ਬਾਅਦ ਇਹ ਜਿਹੜਾ ਹੈ ਸਾਡਾ ਐਕੈਡੈਮਿਕ ਕੌਂਸਲ ਦੇ ਵਿੱਚ ਮਸਲਾ ਜਾਂਦਾ ਹੈ। ਐਕੈਡੈਮਿਕ ਕੌਂਸਲ ਤੋਂ ਪਾਸ ਹੋਣ ਤੋਂ ਬਾਅਦ ਸੈਨੇਟ 'ਚ ਜਾਂਦਾ ਹੈ, ਸੈਨੇਟ ਤੋਂ ਬਾਅਦ ਸਿੰਡੀਕੇਟ 'ਚ ਜਾਂਦਾ ਹੈ। ਇਹ ਇੰਨੀਆਂ ਪ੍ਰਕਿਰਿਆਵਾਂ ਪਾਸ ਕਰਨੀਆਂ ਪੈਂਦੀਆਂ ਨੇ ਤੇ ਇਸ ਸਾਰੇ ਮਸਲੇ ਦੇ ਵਿੱਚ ਇੱਕ ਵੀ ਸਟੇਜ ਨਹੀਂ ਅਡਾਪਟ ਕੀਤੀ ਗਈ। ਇਹ ਬਹੁਤ ਇੱਕ ਪਾਸੜ ਤੇ ਫੈਸਲਾ ਹੈ ਔਰ ਬਹੁਤ ਕਾਹਲੀ ਦੇ ਵਿੱਚ, ਜਲਦੀ ਦੇ ਵਿੱਚ ਲਿਆ ਗਿਆ ਫੈਸਲਾ ਹੈ। ਕਿਸ ਤਰ੍ਹਾਂ ਵੇਖਦੇ ਹੋ ਇਸ ਕਦਮ ਨੂੰ? ਕਿਉਂਕਿ ਯੂਨੀਵਰਸਿਟੀ ਦੇ ਹੋਰ ਵਿੱਚ ਡਿਪਾਰਟਮੈਂਟ ਨੇ, ਬਹੁਤ ਸਾਰੇ ਡਿਪਾਰਟਮੈਂਟ ਨੇ ਯੂਨੀਵਰਸਿਟੀ ਦੇ ਵਿੱਚ ਜਿਨ੍ਹਾਂ ਦਾ ਰਲੇਵਾਂ ਕਰਨ ਬਾਰੇ ਜਿਹੜੀ ਹੈ ਚਰਚਾ ਛਿੜ ਚੁੱਕੀ ਹੈ, ਕਿਉਂਕਿ ਬਹੁਤ ਸਾਰੇ ਡਿਪਾਰਟਮੈਂਟ ਜਿਹੜੇ ਆ ਖੋਜ ਕਾਰਜਾਂ ਨਾਲ ਜੁੜੇ ਹੋਏ ਆ। ਇਹ ਡਿਪਾਰਟਮੈਂਟ ਵੀ ਖੋਜ ਕਾਰਜ ਨਾਲ ਜੁੜਿਆ ਹੋਇਆ ਸੀ। ਕਿਸ ਤਰ੍ਹਾਂ ਵੇਖਦੇ ਹੋ ਕਿ ਇਹ ਜਿਹੜਾ ਖੋਜ ਕਾਰਜ, ਇਹਦੇ ਨਾਲ ਕਿਹੜੇ ਖੋਜ ਕਾਰਜ ਜਿਹੜੇ ਆ ਪ੍ਰਭਾਵਿਤ ਹੋ ਸਕਦੇ ਆ? ਗੱਲ ਇੱਦਾਂ ਹੈ ਕਿ ਪੰਜਾਬੀ ਯੂਨੀਵਰਸਿਟੀ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਵਿਲੱਖਣ ਹੈ। ਜਦੋਂ ਪੰਜਾਬੀ ਯੂਨੀਵਰਸਿਟੀ 1962 ਦੇ ਵਿੱਚ ਬਣਦੀ ਹੈ ਉਦੋਂ 5 ਪਹਿਲੇ ਡਿਪਾਰਟਮੈਂਟ ਖੋਲ੍ਹੇ ਜਾਂਦੇ ਨੇ ਤੇ ਅੱਜ ਇਹਦੇ 'ਚ 65 ਡਿਪਾਰਟਮੈਂਟ ਨੇ। ਹੁਣ ਤੱਕ ਜਿੰਨੇ ਵੀ ਵਾਈਸ ਚਾਂਸਲਰ ਆਏ, ਮੈਨੂੰ ਨਹੀਂ ਲੱਗਦਾ ਕਿ ਜੇ ਉਹਨਾਂ ਨੇ ਇਸ ਯੂਨੀਵਰਸਿਟੀ ਦਾ ਪ੍ਰਸਾਰ ਕੀਤਾ ਹੈ। ਔਰ ਪੰਜਾਬੀ ਯੂਨੀਵਰਸਿਟੀ ਦੀ ਵਿਲੱਖਣਤਾ ਇਸ ਕਰਕੇ ਹੈ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ, ਪੰਜਾਬੀ ਇਤਿਹਾਸ, ਸਿੱਖ ਇਤਿਹਾਸ ਅਤੇ ਇਸ ਦੀ ਰੀਜਨਲ ਆਇਡੈਂਟੀ ਨੂੰ ਉਭਾਰਨ ਵਾਸਤੇ ਬਣਾਈ ਗਈ ਸੀਗੀ ਔਰ ਇਸੇ ਕਰਕੇ ਇਹਦਾ ਨਾਮ ਪੰਜਾਬੀ ਰੱਖਿਆ ਗਿਆ। ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ, ਇਹਦੀ ਪ੍ਰਫੁੱਲਤਾ ਦੇ, ਇਹਦੀ ਸੰਭਾਲ ਲਈ, ਇਹਦੀ ਖੇਤਰੀ ਪਛਾਣ ਨੂੰ ਗਲੋਬਲੀ ਪੱਧਰ 'ਤੇ ਲੈ ਕੇ ਜਾਣਾ ਇਹਦਾ ਵੱਡਾ ਕਦਮ ਸੀ। ਇਸੇ ਕਰਕੇ ਪਹਿਲੇ ਵਿਭਾਗਾਂ ਦੇ ਵਿੱਚ ਪੰਜਾਬ ਇਤਿਹਾਸ ਅਧਿਐਨ ਵਿਭਾਗ ਹੈ ਜਿਹੜਾ ਉਹ ਬਣਦਾ ਹੈ ਔਰ 1985 ਦੇ ਵਿੱਚ ਇਹਦੇ ਵਿੱਚੋਂ ਇਤਿਹਾਸ ਵਿਭਾਗ ਨਿਕਲਦਾ, ਟੀਚਿੰਗ ਅੱਡ ਕਰਤੀ ਜਾਂਦੀ ਹੈ, ਖੋਜ ਦਾ ਵਿਭਾਗ ਹੈ। ਹੁਣ ਇਸ ਵਿਭਾਗ ਦਾ ਮੁੱਖ ਮਕਸਦ ਜਿਹੜਾ ਸੀ ਉਹ ਗੁਰੂ ਸਾਹਿਬਾਨ ਦੀਆਂ ਯਾਤਰਾਵਾਂ, ਉਹਨਾਂ ਦੇ ਰੋਡ ਮੈਪਸ, ਉਹਨਾਂ ਦੇ ਸਿੱਖ ਇਤਿਹਾਸ ਦੇ ਨਾਲ ਜੁੜਿਆ ਹੋਇਆ, ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜੁੜਿਆ ਹੋਇਆ, ਸਾਡੇ ਪਾਰਟੀਸ਼ਨ ਦੇ ਸਮੇਂ ਨਾਲ ਜੁੜਿਆ ਹੋਇਆ, ਸਾਡੀਆਂ ਲਹਿਰਾਂ ਦੇ ਨਾਲ, ਸਾਡੇ ਮੁਜ਼ਾਹਰਾ ਮੂਵਮੈਂਟਾਂ ਦੇ ਨਾਲ, ਉਸ ਤੋਂ ਬਾਅਦ ਕਿ ਈਵਨ 1984 ਦਾ ਕਤਲੇਆਮ ਹੈ, ਜੋ ਕੁਛ ਬਹੁਤ ਕੁਛ ਪਿਆ ਹੈ ਉਹ ਸਾਰਾ ਕੁਛ ਹੈ। ਔਰ ਇਸ ਤੋਂ ਬਿਨਾਂ ਜਿਹੜੇ ਅਰਬੀ ਤੇ ਫਾਰਸੀ ਦੇ ਵਿੱਚ ਸਾਡੇ ਇਤਿਹਾਸ ਬਾਰੇ ਲਿਖਿਆ ਗਿਆ ਹੈ ਉਸ ਨੂੰ ਅਨੁਵਾਦ ਕਰਾ ਕੇ ਪੰਜਾਬੀ ਦੇ ਵਿੱਚ ਸਾਡੇ ਲੋਕਾਂ ਤੱਕ ਲੈ ਕੇ ਜਾਣਾ। ਇਹ ਯੂਨੀਵਰਸਿਟੀ ਦਾ ਇੱਕ ਮੁੱਖ ਉਦੇਸ਼ ਹੈ ਕਿ ਜਿਹੜਾ
ਗਿਆਨ ਹੈ, ਵਿਸ਼ਵ ਲੈਵਲ ਤੇ ਜਿਹੜਾ ਗਿਆਨ ਪਿਆ ਹੈ ਉਸ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਅਨੁਵਾਦ ਕਰਕੇ ਸਾਡੇ ਆਮ ਲੋਕਾਂ ਤੱਕ ਪਹੁੰਚਾਉਣਾ ਕਿ ਅਸੀਂ ਉਸ ਨੂੰ ਪੜ੍ਹ ਕੇ ਤੇ ਆਪਣੇ ਆਪ ਨੂੰ ਗਲੋਬਲੀ ਪੱਧਰ ਤੇ ਸਥਾਪਿਤ ਕਰ ਸਕੀਏ। ਇਸੇ ਦੇ ਲਈ ਸਾਡੇ ਵੱਖ-ਵੱਖ ਵਿਭਾਗ ਨੇ ਜਿਹੜੇ ਉਹ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਹੋਏ, ਪੰਜਾਬੀ ਸਾਹਿਤ ਨਾਲ ਜੁੜੇ ਹੋਏ, ਪੰਜਾਬੀ ਕੋਸ਼ਕਾਰੀ ਨਾਲ ਜੁੜੇ ਹੋਏ, ਜਿਹੜੇ ਵਿਸ਼ੇਸ਼ ਕਰਕੇ ਹੋਂਦ ਵਿੱਚ ਆਏ ਔਰ ਜਿਨ੍ਹਾਂ ਦਾ ਕੰਮ ਸੀ ਇਸ ਨੂੰ ਪ੍ਰਸਾਰ ਕਰ। ਔਰ ਯੂਨੀਵਰਸਿਟੀਆਂ ਦਾ ਕੰਮ ਹੈ ਕਿ ਵਿਭਾਗਾਂ ਦੇ ਵਿੱਚੋਂ ਅੱਗੇ ਪ੍ਰਸਾਰ ਕਰਨਾ, ਮਰਜਰ ਨਹੀਂ ਕਰਨਾ। ਕਾਲਜਾਂ ਦੇ ਵਿੱਚ ਅਸੀਂ ਆਮ ਸਬਜੈਕਟ ਪੜ੍ਹ ਰਹੇ ਹਾਂ। ਦਾ ਆਈਡੀਆ ਆਫ ਯੂਨੀਵਰਸਿਟੀ ਕੀ ਹੈ? ਦਾ ਆਈਡੀਆ ਆਫ ਯੂਨੀਵਰਸਿਟੀ ਹੈ ਕਿ ਅਸੀਂ ਇੱਥੇ ਨਵੀਆਂ ਖੋਜਾਂ ਕਰਾਂਗੇ, ਨਵੇਂ ਬੰਦ ਜਿਹੜੇ ਨੇ ਉਹ ਸਿਰਜਾਂਗੇ, ਨਵਾਂ ਕੁਝ ਉਲੀਕਾਂਗੇ ਅਤੇ ਉਸ ਨੂੰ ਗਲੋਬਲੀ ਪੱਧਰ ਤੇ ਲੈ ਕੇ ਜਾਵਾਂਗੇ ਤੇ ਆਪਣੀ ਪਹਿਚਾਣ ਨੂੰ ਵੀ ਅਸੀਂ ਕਾਇਮ ਰੱਖਾਂਗੇ। ਤੇ ਪੰਜਾਬੀ ਯੂਨੀਵਰਸਿਟੀ ਜਿਹੜੀ 300-350 ਏਕੜ ਦੇ ਵਿੱਚ, ਕਿੱਲਿਆਂ ਦੇ ਵਿੱਚ ਬਣੀ ਹੋਈ ਹੈ, ਇਹਦੀ ਵਿਲੱਖਣਤਾ ਤੁਸੀਂ ਦੇਖੋ ਕਿ ਅਸੀਂ ਆਪਣੇ ਹੋਸਟਲਾਂ ਦੇ ਨਾਂ ਜਿਹੜੇ ਨੇ ਉਹ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਦੇ ਹਾਂ, ਭਾਈ ਵੀਰ ਸਿੰਘ ਦੇ ਨਾਂ 'ਤੇ ਰੱਖਦੇ ਹਾਂ, ਮੈਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ 'ਤੇ ਰੱਖਦੇ ਹਾਂ, ਮਾਤਾ ਸਾਹਿਬ ਕੌਰ ਦੇ ਨਾਂ 'ਤੇ ਰੱਖਦੇ ਹਾਂ, ਠੀਕ ਹੈ ਜੀ, ਮਾਤਾ ਗੁਜਰੀ ਦੇ ਨਾਂ 'ਤੇ ਰੱਖਦੇ ਹਾਂ। ਅਸੀਂ ਇੱਦਾਂ ਨਹੀਂ ਹੋਇਆ ਅਸੀਂ ਕਿਸੇ ਅੰਗਰੇਜ਼ ਦੇ ਨਾਂ 'ਤੇ ਰੱਖ ਦਿੰਦੇ ਹੈ, ਅਸੀਂ ਰੈੱਡ ਕਲਿਫ ਦੇ ਨਾਂ 'ਤੇ ਰੱਖਦੇ ਤਾਂ ਮਾਊਂਟ ਬੈਟਨ ਦੇ ਨਾਂ 'ਤੇ ਰੱਖਦੇ ਨੇ, ਇੱਦਾਂ ਨਹੀਂ ਹੈ। ਅਸੀਂ ਇਸ ਕਰਕੇ ਹੈ ਕਿ ਪੰਜਾਬੀ ਯੂਨੀਵਰਸਿਟੀ ਹੈ, ਜਿਹੜੀ ਯੂਨੀਵਰਸਿਟੀਆਂ ਨੇ ਇਹ ਕੋਈ ਜਦੋਂ ਉਸਾਰੀਆਂ ਜਾਂਦੀਆਂ ਨੇ ਮਰਨ ਵਾਸਤੇ ਨਹੀਂ ਉਸਾਰੀਆਂ ਜਾਂਦੀਆਂ, ਇਹ ਬਹੁਤ ਲੰਮਾ ਸਮਾਂ ਜੀਵਿਤ ਰਹਿੰਦੀਆਂ ਨੇ। ਤੇ ਜਿਹੜੇ ਵਿਦਿਆਰਥੀ ਇੱਥੇ ਆਉਂਦੇ ਨੇ ਉਹ ਜਦੋਂ ਵੇਖਦੇ ਨੇ ਭਗਤ ਸਿੰਘ ਹੋਸਟਲ ਹੈ, ਭਗਤ ਸਿੰਘ ਕਿਉਂ ਹੈ, ਤਾਂ ਭਗਤ ਸਿੰਘ ਬਾਰੇ ਪੜ੍ਹਦੇ ਨੇ, ਸਾਡੇ ਨਾਇਕ ਦੇ ਬਾਰੇ ਪੜ੍ਹਦੇ ਨੇ, ਉਹ ਬੀ ਆਰ ਅੰਬੇਦਕਰ ਦੇ ਬਾਰੇ ਪੜ੍ਹਦੇ ਨੇ ਕਿ ਬੀ ਆਰ ਅੰਬੇਦਕਰ ਕੌਣ ਸੀ ਜਿਹਨੇ ਸੰਵਿਧਾਨ ਲਿਖਿਆ, ਸੰਵਿਧਾਨ ਦੇ ਵਿੱਚ ਸਾਡੀਆਂ ਹੱਕ ਹਕੂਕਾਂ ਦੀ ਗੱਲ ਕੀਤੀ। ਇਹ ਬਹੁਤ ਵਿਲੱਖਣ ਯੂਨੀਵਰਸਿਟੀ ਹੈ ਔਰ ਇਹਦੀ ਸਿਰਜਣਾ ਵੀ ਉਸੇ ਤਰੀਕੇ ਨਾਲ ਹੋਈ ਹੈ। ਅਸੀਂ ਇਹ ਸਾਰਾ ਕੁਛ ਹੈ ਜਿਹੜਾ, ਤੇ ਇਸ ਕਰਕੇ ਜੇ ਅੱਜ ਨੋਰਮਲੀ ਅਸੀਂ ਇਸ ਨੂੰ ਅੰਡਰ ਗ੍ਰੈਜੂਏਟ ਕੋਰਸਿਸ ਵਾਲੀ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਹਾਂ, ਇਹ ਬਹੁਤ ਮੰਦਭਾਗਾ ਹੈ ਔਰ ਬਹੁਤ ਅਫਸੋਸਜਨਕ ਹੈ ਔਰ ਇਹ ਇੱਕ ਦੂਰਦ੍ਰਿਸ਼ਟੀਹੀਨਤਾ ਵਾਲਾ ਫੈਸਲਾ ਹੈ ਜੋ ਮਰਜਰ ਕੀਤਾ ਜਾਏ। ਮਰਜਰ ਦੇ ਨਾਲ ਜਿੱਥੇ ਜਿੱਥੇ ਵਿਭਾਗਾਂ ਦੇ ਵਿੱਚ ਪੋਸਟਾਂ ਖਤਮ ਹੋਣਗੀਆਂ, ਜਿੱਥੇ ਨਾ ਜਿੱਥੇ ਡਿਪਾਰਟਮੈਂਟਾਂ ਦੀ ਸੀਨੀਅਰਤਾ ਖਤਮ ਹੋਗੀ, ਡਿਪਾਰਟਮੈਂਟਾਂ ਦੇ ਵਿੱਚ ਆਪਸੀ ਕਲੇਸ਼ ਵਧੂਗਾ ਤੇ ਉਸੇ ਤਰੀਕੇ ਦੇ ਨਾਲ ਉੱਥੇ ਡਿਪਾਰਟਮੈਂਟ ਹਾਰਮਨੀ ਨੂੰ ਖਤਰਾ ਹੈ ਤੇ ਉਸੇ ਦੇ ਨਾਲ ਨਵੇਂ ਰੋਜ਼ਗਾਰ ਦੇ ਅਵਸਰ ਵੀ ਪੈਦਾ ਹੋਣਗੇ। ਲੰਮੇ ਸਮੇਂ ਤੋਂ ਇਹ ਰਾਗ ਲਾਪਿਆ ਜਾ ਰਿਹਾ ਕਿ ਯੂਨੀਵਰਸਿਟੀ ਵਿੱਤੀ ਸੰਕਟ 'ਚ ਹੈ, ਕਿ ਲੱਗਦਾ ਨਹੀਂ ਕਿ ਵਿੱਤੀ ਸੰਕਟ ਦੇ ਪੱਖ ਤੋਂ ਇਹ ਰਲੇਵਾਂ ਕੀਤਾ ਗਿਆ। ਇਹ ਇੱਕ ਬਹਾਨਾ ਹੈ ਵੀ ਅਸੀਂ ਜਿਹੜਾ ਹੈ ਵਿੱਤੀ ਸੰਕਟ ਨੂੰ ਪੂਰਾ ਕਰਨ ਦੇ ਲਈ ਇਹ ਰਲੇਵਾਂ ਕੀਤਾ ਜਿਹੜਾ ਹੈ। ਯੂਨੀਵਰਸਿਟੀ ਇੱਕ ਜਿਹੜਾ ਝੂਠ ਮਾਰ ਰਹੀ ਹੈ, ਯੂਨੀਵਰਸਿਟੀ ਪ੍ਰਸ਼ਾਸਨ ਜਿਹੜਾ ਝੂਠ ਬੋਲ ਰਿਹਾ ਹੈ, ਉਹ ਮਤਲਬ ਮੇਰੇ ਤਾਂ ਘੱਟੋ ਘੱਟ ਹਜਮ ਨਹੀਂ ਹੁੰਦਾ। ਉਹਦਾ ਕਾਰਨ ਇੱਕ ਹੈ ਕਿ ਯੂਨੀਵਰਸਿਟੀ ਕਹਿ ਰਹੀ ਹੈ ਕਿ ਨੈਕ ਦੀਆਂ ਜਾਂ UGC ਦੀਆਂ ਗਾਈਡਲਾਈਨਸ ਦੇ ਮੁਤਾਬਕ ਘੱਟੋ ਘੱਟ ਵਿਭਾਗ ਦੇ ਵਿੱਚ 6 ਟੀਚਰ ਹੋਣੇ ਚਾਹੀਦੇ ਨੇ, ਜਾਂ ਅਸੀਂ ਮਰਜ ਕਰਨ ਦੇ ਨਾਲ ਉਹ ਨੈਕ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ ਤੇ ਸਾਨੂੰ DST ਦੇ ਪ੍ਰੋਜੈਕਟਾਂ ਦੇ ਵਿੱਚ, ਸੈਪ ਦੇ ਪ੍ਰੋਜੈਕਟਾਂ ਦੇ ਵਿੱਚ 40 ਲੱਖ 50 ਲੱਖ 60 ਲੱਖ ਰੁਪਈਆ ਸਾਲਾਨਾ ਗ੍ਰਾਂਟ ਆ ਜੂਗੀ। ਯੂਨੀਵਰਸਿਟੀ 1962 ਦੇ ਵਿੱਚ ਬਣੀ ਹੈ। ਸਭ ਤੋਂ ਪਹਿਲੋਂ ਸੈਪ ਦਾ ਪ੍ਰੋਜੈਕਟ 1986 ਦੇ ਵਿੱਚ ਫਿਜ਼ਿਕਸ ਵਿਭਾਗ ਨੂੰ ਆਇਆ, ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਵਿਭਾਗ ਨੂੰ 2006 ਦੇ ਵਿੱਚ ਆਇਆ। ਹੁਣ ਇਹ ਗੱਲ ਬੜੀ ਹੈ ਕਿ ਬਾਕੀ ਵਿਭਾਗਾਂ ਦੇ ਵਿੱਚ ਵੀ ਇੰਨੇ ਨੇ ਅਧਿਆਪਕ ਸੀਗੇ ਤੇ ਜਦੋਂ ਔਰ ਮੋਰ ਓਵਰ UGC ਨੇ ਪਿਛਲੇ 5 ਸਾਲਾਂ ਤੋਂ ਗ੍ਰਾਂਟਾਂ ਦੇਣੀਆਂ ਬੰਦ ਕੀਤੀਆਂ ਹੋਈਆਂ ਨੇ। ਇਹ ਮਰਜਰ ਦੇ ਨਾਲ ਜੇ ਤੁਸੀਂ ਵਿੱਤੀ ਹਾਲਾਤ ਸੁਧਾਰਨ ਦੀ ਗੱਲ ਕਰ ਰਹੇ ਹੋ, ਇਹ ਸਰਾਸਰ ਝੂਠ ਹੈ। ਨਵੀਂ ਪਨੀਰੀ ਲਈ ਨਵੇਂ ਮੌਕੇ ਨੇ ਜਿਹੜੇ ਉਹਨਾਂ ਤੋਂ ਖੋਣਾ ਹੈ। ਜੇ ਤੁਸੀਂ ਨੈਕ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਨੇ, ਵਿਭਾਗਾਂ ਵਿੱਚ ਖਾਲੀ ਪਈਆਂ ਪੋਸਟਾਂ ਭਰੋ, ਨਵੀਆਂ ਨਿਯੁਕਤੀਆਂ ਕਰੋ ਤੇ ਉਹਨਾਂ ਤੋਂ ਬਣਦਾ ਕੰਮ ਕਰਵਾਓ। ਜੇ ਉਹ ਅਧਿਆਪਨ ਦਾ ਕੰਮ ਵਾਲੀਆਂ ਪੋਸਟਾਂ ਨੇ ਅਧਿਆਪਨ ਦਾ ਕਰਾਓ, ਜਿਹੜਾ ਖੋਜ ਦਾ ਕੰਮ ਉਹਨਾਂ ਦਾ ਖੋਜ ਦਾ ਕੰਮ ਕਰਵਾਓ। ਉਹ ਪੋਸਟਾਂ ਭਰੋ, ਰਲੇਵਾਂ ਨਾ ਕਰੋ, ਨਵੇਂ ਰੋਜ਼ਗਾਰ ਦੇ ਅਵਸਰ ਪੈਦਾ ਕਰੋ। ਪਰ ਅਹਿਮ ਗੱਲ ਆ ਜਾਂਦੀ ਹੈ ਕਿ ਇਹ ਪਹਿਲੂ ਸਰਕਾਰ ਦਾ ਪਹਿਲੂ ਹੈ ਕਿ ਇੱਕ ਵਾਈਸ ਚਾਂਸਲਰ ਦਾ ਫੈਸਲਾ ਹੈ, ਕਿਉਂਕਿ ਜਦੋਂ ਮੁੱਖ ਮੰਤਰੀ ਉਰੇ ਆਉਂਦੇ ਆ ਯੂਨੀਵਰਸਿਟੀ ਦੇ ਵਿੱਚ, ਉਸ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਜਾਂਦਾ ਹੈ। ਸਰਕਾਰ ਕਹਿੰਦੀ ਕਿ ਅਸੀਂ ਸਿੱਖਿਆ ਨੀਤੀ ਨੂੰ ਲੈ ਕੇ ਅੱਗੇ ਚੱਲੇ ਹੋਏ ਹਾਂ ਤੇ ਸਿੱਖਿਆ ਨੀਤੀ ਨੂੰ ਲੈ ਕੇ ਬਹੁਤ ਵੱਡੇ ਫੈਸਲੇ ਸਰਕਾਰ ਕਰ ਵੀ ਰਹੀ ਹੈ। ਲੱਗਦਾ ਨਹੀਂ ਕਿ ਇੱਕ ਸਿੱਖਿਆ ਨੀਤੀ ਤਾਂ ਸਰਕਾਰ ਆਪਣਾ ਇੱਕ ਪੱਖ ਦਿਖਾ ਰਹੀ ਹੈ ਕਿ ਅਸੀਂ ਸਿੱਖਿਆ ਨੀਤੀ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਦੂਜੇ ਪਾਸੇ ਜਿਹੜਾ ਯੂਨੀਵਰਸਿਟੀ ਕੇਂਦਰ ਹੈ, ਪੜ੍ਹਾਈ ਦਾ ਬਹੁਤ ਵੱਡਾ ਕੇਂਦਰ ਹੈ, ਮਾਲਵੇ ਦੀ ਇੱਕੋ ਇੱਕ ਯੂਨੀਵਰਸਿਟੀ ਹੈ ਜਿਹੜੀ ਅਹਿਮ ਹੈ ਪੜ੍ਹਾਈ ਪੱਖ ਤੋਂ, ਕਹਿੰਦੇ ਵਿੱਦਿਆ ਵਿਚਾਰੀ ਪਰਪਕਾਰੀ। ਪਰ ਵੇਖਿਆ ਜਾਵੇ ਕਿ ਇਹ ਯੂਨੀਵਰਸਿਟੀ ਦਾ ਮੰਤਵ ਤਾਂ ਖੋਜਕਾਰ ਸੀ। ਲੱਗਦਾ ਨਹੀਂ ਕਿ ਵੱਖ-ਵੱਖ ਡਿਪਾਰਟਮੈਂਟ ਬਣਨ ਨਾਲ ਸਿੱਖਿਆ ਨੀਤੀ ਤੋਂ ਜਿਹੜਾ ਪਰਲਾ ਪਾਸਾ ਜਿਹੜਾ ਦੇਖਿਆ ਜਾਵੇ ਤਾਂ ਉਹ ਵੀ ਕਿਤੇ ਨਾ ਕਿਤੇ ਟੀਚੇ ਤੋਂ ਭੜਕਿਆ। ਤੇ ਦੂਜੇ ਪਾਸੇ ਹੁਣ ਤੁਸੀਂ ਇਸ ਟਾਰਗੇਟ ਨੂੰ ਕਿਸ ਤਰ੍ਹਾਂ ਵੇਖਦੇ ਹੋ? ਕੋਈ ਸਰਕਾਰ ਕਹਿੰਦੀ ਹੈ ਸਿੱਖਿਆ ਨੀਤੀ ਤੇ ਦੂਜੇ ਪਾਸੇ ਇਸ ਪਹਿਲੂ ਜਿਹੜਾ ਇਹ ਸਰਕਾਰ ਦਾ ਪਹਿਲੂ ਹੈ ਕਿ ਜਿਹੜਾ ਵਾਈਸ ਚਾਂਸਲਰ ਦਾ ਪਹਿਲੂ ਹੈ? ਦੇਖੋ, ਗੱਲ ਇੱਕ ਹੈ ਕਿ ਵਾਈਸ ਚਾਂਸਲਰ ਹਮੇਸ਼ਾ ਸਰਕਾਰਾਂ ਦੁਆਰਾ ਨਿਯੁਕਤ ਕੀਤੇ ਜਾਂਦੇ ਨੇ ਤੇ ਸਾਡੇ ਵਾਈਸ ਚਾਂਸਲਰ ਡਾਕਟਰ ਅਰਵਿੰਦ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਨਿਯੁਕਤ ਕੀਤਾ ਸੀ। ਉਸ ਤੋਂ ਬਾਅਦ ਕੇਂਦਰ ਦੇ ਵਿੱਚ ਇੱਕ ਸਿੱਖਿਆ ਨੀਤੀ ਹੈ, ਜਿਹੜੀ ਨਵੀਂ ਸਿੱਖਿਆ ਨੀਤੀ 2020 ਹੈ, ਉਹਦੇ ਵਿੱਚ ਜਿਹੜਾ ਉਹ 300 ਪੇਜਾਂ ਦਾ ਡਾਕੂਮੈਂਟ ਹੈ, ਜਿਹਦੇ ਵਿੱਚ
ਸਾਰੇ ਪਾਸੇ ਸੈਲਫ ਫਾਈਨਾਂਸ ਕੋਰਸਾਂ ਨੂੰ ਖੜੇ ਕਰਨ ਦੀ ਗੱਲ ਕੀਤੀ ਹੈ। 3000 ਤੋਂ ਘੱਟ ਵਾਲੇ ਕਾਲਜਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਹੈ। ਉਹਨਾਂ ਨੇ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਇੱਕ ਟਾਰਗੇਟ ਦੇ ਦਿੱਤਾ ਕਿ ਹਿੰਦੁਸਤਾਨ ਦੇ ਵਿੱਚ ਇੰਨੀਆਂ ਹੀ ਯੂਨੀਵਰਸਿਟੀਆਂ ਰੱਖਣੀਆਂ ਨੇ ਤੇ ਇੰਨੇ ਹੀ ਕਾਲਜ, ਸਾਰਾ ਕੁਝ ਬੰਦ ਕਰਕੇ ਇਹ ਸਾਰਾ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਜਾਵੇਗਾ। ਸੋ ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਸਟੇਟ ਯੂਨੀਵਰਸਿਟੀਆਂ ਨੂੰ ਖਤਮ ਕਰਨ ਵਾਲੀ ਚਾਲ ਹੈ, ਇੱਕ ਸਾਜ਼ਿਸ਼ ਹੈ। ਔਰ ਇਹ ਕੋਈ ਗੱਲ ਅਤਕਥਨੀ ਨਹੀਂ ਹੈ ਕਿ ਵਾਈਸ ਚਾਂਸਲਰ ਆਪਣੀ ਮਰਜ਼ੀ ਨਾਲ ਕਰ ਰਿਹਾ ਹੈ। ਹੋ ਸਕਦਾ ਸਰਕਾਰ ਦਾ ਦਬਾਅ ਹੋਵੇ ਵਾਈਸ ਚਾਂਸਲਰ, ਕਿਉਂਕਿ ਵਾਈਸ ਚਾਂਸਲਰ ਸਰਕਾਰ ਦੁਆਰਾ ਨਿਯੁਕਤ ਕੀਤੇ ਜਾਂਦੇ ਨੇ। ਮਤਲਬ ਸਰਕਾਰ ਦਾ ਕਿਤੇ ਨਾ ਕਿਤੇ ਹੱਥ ਹੋ ਸਕਦਾ ਜਿਹੜਾ ਇਹ ਫੈਸਲਾ ਜਿਹੜਾ ਹੋਇਆ। ਹਾਂ ਬਿਲਕੁਲ, ਵਾਈਸ ਚਾਂਸਲਰ ਪੋਲੀਟੀਕਲ ਅਪਾਇੰਟਮੈਂਟ ਹੈ। वाइस चांसलर कोई पोलीटिकल अपॉइंटमेंट है और पोलीटिकल अपॉइंटमेंट मतलब स्टेट की सरकार करती है और जी स्टेट की सरकार किसी बंदे अपॉइंट करेगी उन्होंने कोई ना कोई दिशा निर्देश दे के जरूर भेजेगी भी आ काम आ कोर्स है आ एजेंडा है ये लागू करना है। विर्क साहब मेरा आखिरी सवाल है, ਇਹ ਡਿਪਾਰਟਮੈਂਟ ਦਾ ਰਲੇਵਾਂ ਦਾ ਕਰ ਦਿੱਤਾ ਗਿਆ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੋਰ ਕਿਹੜੇ-ਕਿਹੜੇ ਡਿਪਾਰਟਮੈਂਟ ਨੇ ਜਿਹਦੇ ਉੱਤੇ ਕਹਾੜਾ ਚੱਲ ਸਕਦਾ? देखो जी, ਵਾਈਸ ਚਾਂਸਲਰ ਜਿੱਦਣ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ 'ਚ ਆਉਂਦੇ ਨੇ ਤੇ ਤੀਜੇ ਦਿਨ ਹੀ ਹੈਡਸ ਦੀ ਮੀਟਿੰਗ ਕਰਦੇ ਨੇ ਔਰ ਤੀਜੇ ਦਿਨ ਹੈਡਸ ਦੀ ਮੀਟਿੰਗ ਦੇ ਵਿੱਚ ਜਿਹੜੇ ਕਿਸੇ ਵੀ ਹੈਡਸ ਨੂੰ ਪੁੱਛ ਸਕਦੇ ਹੋ ਤੁਸੀਂ ਤੇ ਵਾਈਸ ਚਾਂਸਲਰ ਕਿਹਾ ਸੀ ਕਿ ਇੱਥੇ ਬਹੁਤ ਖਲਾਰਾ ਹੈ, ਇਸ ਨੂੰ ਆਪਾਂ ਇਕੱਠਾ ਕਰਨਾ ਹੈ, ਮੈਂ ਡਿਪਾਰਟਮੈਂਟ ਮਰਜ ਕਰਨੇ ਨੇ और इस दे बारे और वो कर रहे हैं, उन्होंने अपनी नीति लागू की है और जो कि मंदभागा और असीं डट के विरोध करांगे। ये मर्जर का फैसला अगे तो मर्जर असीं होण नहीं देंदे, ये मर्जर का फैसला भी असीं वापस करावांगे। इस दे लई भारती जथेबंदियां नूं, पंजाबी प्रेमियां नूं, इत्थों दे पुराने लूमनीस नूं, पंजाब दे हितैषी लोकां नूं असीं अपील करांगे, उन्हां नूं इकट्ठियां करांगे ते इहदे संघर्ष दा पिड़ बन्नांगे असीं। ਧੰਨਵਾਦ ਜੀ। ਇਹ ਸਨ ਗੁਰਨਾਮ ਸਿੰਘ ਵਿਰਕ, ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਯੂਨੀਵਰਸਿਟੀ ਵਿੱਚ ਜਦੋਂ ਵਾਈਸ ਚਾਂਸਲਰ ਆਉਂਦੇ ਆ ਤਾਂ ਉਹਨਾਂ ਦੀ ਇਹ ਮਨਸ਼ਾ ਸੀ ਕਿ ਵੱਖ-ਵੱਖ ਡਿਪਾਰਟਮੈਂਟਾਂ ਦਾ ਜਿਹੜਾ ਹੈ ਇੱਕ ਥਾਂ ਤੇ ਰਲੇਵਾਂ ਕਰ ਦਿੱਤਾ ਜਾਵੇ, ਜੋ ਬਹੁਤ ਹੀ ਘਾਤਕ ਹੈ ਕਿਉਂਕਿ ਇੱਥੇ ਅਸਾਮੀਆਂ ਵੀ ਜੁੜੀਆਂ ਹੋਈਆਂ ਤੇ ਖੋਜ ਕਾਰਜ ਵੀ ਜੁੜੇ ਹੋਏ ਆ। ਕਿਉਂਕਿ ਜੇ ਅਸਾਮੀਆਂ ਨਹੀਂ ਹੋਣਗੀਆਂ ਤਾਂ ਨਵੀਆਂ ਨਿਯੁਕਤੀਆਂ ਕਿੱਥੋਂ ਹੋਣਗੀਆਂ, ਜੇ ਨਵੀਆਂ ਨਿਯੁਕਤੀਆਂ ਨਹੀਂ ਹੋਣਗੀਆਂ ਤਾਂ ਖੋਜ ਕਾਰਜ ਕਿਵੇਂ ਹੋਣਗੇ? ਕਿਉਂਕਿ ਯੂਨੀਵਰਸਿਟੀ ਦੇਖਿਆ ਜਾਵੇ ਤਾਂ ਖੋਜ ਕਾਰਜਾਂ ਨਾਲ ਜੁੜੀ ਹੋਈ ਹੈ, ਡਿਪਾਰਟਮੈਂਟਾਂ ਦੇ ਵੱਖ-ਵੱਖ ਕੰਮ ਹੁੰਦੇ ਆ। ਦੂਜੀ ਗੱਲ ਉਹਨਾਂ ਨੇ ਇਹ ਗੱਲ ਕਹੀ ਹੈ ਸਾਫ਼ ਤੌਰ ਤੇ ਕਿ ਇਸ ਰਲੇਵੇਂ ਦੇ ਵਿਰੋਧ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਐਸੋਸੀਏਸ਼ਨਾਂ ਨੇ ਜਾਂ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ, ਕਿਉਂਕਿ ਇਸ ਰਲੇਵੇਂ ਦੇ ਖਿਲਾਫ ਹੁਣ ਮੁਹਿੰਮ ਜਿਹੜੀ ਆ ਭਖ ਚੁੱਕੀ ਹੈ ਤਾਂ ਕਿਸੇ ਨਾ ਕਿਸੇ ਹੱਦ ਤੱਕ ਜਾ ਕੇ ਇਸ ਰਲੇਵੇਂ ਦਾ ਵਿਰੋਧ ਵੀ ਕਰਨਗੇ ਤੇ ਇਸ ਫੈਸਲੇ ਨੂੰ ਵਾਪਸ ਕਰਾਉਣ ਲਈ ਕਿਸੇ ਹੱਦ ਤੱਕ ਵੀ ਜਾਣ ਲਈ ਤਿਆਰ ਹੈ। ਕੈਮਰਾਮੈਨ ਅਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ ਬੇਦੀ, ਮਾਸਾ ਟੀਵੀ, ਪਟਿਆਲਾ।